ਆਨੰਦ ਲਓ ਹਰ ਦਿਨ ਦੇ ਜੀਵਨ ਦਾ ਵਿੱਚ ਸਵਾਗਤ ਹੈ। ਅੱਜ ਅਸੀਂ ਨਵੀਆਂ ਆਦਤਾਂ ਪਾਉਣ ਬਾਰੇ ਗੱਲ ਕਰਾਂਗੇ। ਕੀ ਤੁਹਾਡੀ ਕੋਈ ਬੁਰੀ ਆਦਤ ਹੈ? ਮੈਨੂੰ ਯਕੀਨ ਹੈ ਮੈਂ ਤੁਹਾਨੂੰ ਉਹ ਛੱਡ ਕੇ ਨਵੀਆਂ ਆਦਤਾਂ ਪਾਉਣ 'ਚ ਮਦਦ ਕਰਾਂਗੇ। ਦਿਲ ਖੋਲ ਕੇ ਨਾਰਥ ਕੈਰੋਲੀਨਾ 'ਚ ਰਾਲਫ ਡਰਹਮ 'ਚ ਸਿਖਾਇਆ ਇੱਕ ਸੁਨੇਹਾ ਸਵੀਕਾਰ ਕਰੋ। ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ ਪ੍ਰਭਾਵਸ਼ਾਲੀ ਮਸੀਹੀਆਂ ਦੀਆਂ ਆਦਤਾਂ ਦੇ ਬਾਰੇ। ਕਿੰਨੇ ਕੁਝ ਬਣਨਾ ਚਾਹੁੰਦੇ ਨੇ ਤੇ ਪ੍ਰਭਾਵਸ਼ਾਲੀ ਹੋਣਾ ਚਾਹੁੰਦੇ ਨੇ, ਹੈ ਨਾ? ਮੈਂ ਤੇ ਚਾਹੁੰਦੀ ਹਾਂ ਮੈਂ ਆਪਣਾ ਜੀਵਨ ਦੇ ਰਹੀ ਹਾਂ ਮਸੀਹੀ ਬਣਨ ਨੂੰ। ਮੇਰੇ ਜੀਵਨ ਦਾ ਇਹੋ ਮਕਸਦ ਹੈ ਪਰਮੇਸ਼ਰ ਦੀ ਸੇਵਾ ਕਰਨਾ, ਉਹਨਾਂ ਨੂੰ ਪਛਾਣਨਾ, ਉਹਨਾਂ ਦਾ ਪ੍ਰਤੀਨਿਧੀ ਬਣਨਾ। ਧਰਤੀ ਤੇ ਪਰਮੇਸ਼ਰ ਨੂੰ ਨਾ ਜਾਣਨ ਵਾਲੇ ਤੁਹਾਨੂੰ ਤਾੜ ਰਹੇ ਹਨ। ਤੁਸੀਂ ਉਹਨਾਂ ਦੇ ਪ੍ਰਤੀਨਿਧੀ ਬਣ ਸਕਦੇ ਹੋ ਅਤੇ ਹੋਰ ਲੋਕਾਂ ਨੂੰ ਮਸੀਹ ਵੱਲ ਲਿਜਾ ਸਕਦੇ ਹੋ ਉਹ ਸਲੂਕ ਰਾਹੀਂ ਜੋ ਤੁਸੀਂ ਕਰਦੇ ਹੋ ਅਤੇ ਆਪਣੇ ਤੌਰ ਤਰੀਕੇ ਰਾਹੀਂ ਅਤੇ ਉਹਨਾਂ ਆਦਤਾਂ ਰਾਹੀਂ ਜੋ ਤੁਹਾਡੀਆਂ ਹੁੰਦੀਆਂ ਨੇ। ਕਿੰਨਾ ਅਦਭੁਤ ਹੁੰਦਾ ਇਹ ਸਮਝਣਾ ਕਿ ਅਸੀਂ ਸਿੱਧੇ ਨਿੱਜੀ ਪ੍ਰਤੀਨਿਧੀ ਹਾਂ ਯਿਸੂ ਮਸੀਹ ਦੇ। ਆਮੀਨ। ਜੇ ਸ਼ੈਤਾਨ ਤੁਹਾਨੂੰ ਕਹਿਣ ਦੀ ਕੋਸ਼ਿਸ਼ ਕਰੇ ਤੁਹਾਡੀ ਕੋਈ ਸੇਵਕਾਈ ਨਹੀਂ, ਤੁਸੀਂ ਕਹੋ ਝੂਠਾ ਹੈ, ਮੈਂ ਨਿੱਜੀ ਪ੍ਰਤੀਨਿਧੀ ਹਾਂ ਯਿਸੂ ਮਸੀਹ ਦਾ। ਮੈਂ ਜਿੱਥੇ ਜਾਣਾ ਉਹਨਾਂ ਦਾ ਪ੍ਰਤੀਕ ਹੁੰਦਾ ਹਾਂ। ਤੁਸੀਂ ਅਸਲ 'ਚ ਰਾਜਦੂਤ ਹੋ ਪਰਮੇਸ਼ਵਰ ਦੇ। ਆਮੀਨ। ਜੇ ਸੋਚਦੇ ਹੋ ਤੁਹਾਡੀ ਸੇਵਕਾਈ ਨਹੀਂ, ਮੈਂ ਤੁਹਾਨੂੰ ਹੁਣੇ ਇੱਕ ਦਿੱਤੀ ਹੈ। ਅੱਜ ਮੈਂ ਸ਼ੁਰੂਆਤੀ ਸਿੱਖਿਆ ਕਰ ਰਹੀ ਹਾਂ ਆਦਤਾਂ ਬਾਰੇ। ਹਾਂਜੀ, ਆਦਤਾਂ ਬਾਰੇ। ਮੈਂ ਉਹਨੂੰ ਸੱਦਾਂਗੀ ਇਹ ਆਦਤ ਪਾ ਲਓ। ਆਦਤਾਂ ਪਾਈਆਂ ਜਾ ਸਕਦੀਆਂ ਨੇ, ਆਦਤਾਂ ਛੱਡੀਆਂ ਜਾ ਸਕਦੀਆਂ ਨੇ। ਕੁਝ ਚੰਗੀਆਂ ਆਦਤਾਂ ਨੇ, ਕੁਝ ਬੁਰੀਆਂ ਹੁੰਦੀਆਂ ਨੇ। ਅਸੀਂ ਬੁਰੀਆਂ ਛੱਡਣਾ ਚਾਹੁੰਦੇ ਹਾਂ, ਚੰਗੀਆਂ ਪਾਣਾ ਚਾਹੁੰਦੇ ਹਾਂ। ਆਮੀਨ। ਕਿੰਨੀਆਂ 'ਚ ਕੁਝ ਬੁਰੀਆਂ ਆਦਤਾਂ ਹਨ ਜਿਨ੍ਹਾਂ ਨੂੰ ਛੱਡਣਾ ਜ਼ਰੂਰੀ ਹੈ। ਚੰਗੀਆਂ ਆਦਤਾਂ ਬਾਰੇ ਸੋਚੋ ਜਿਨ੍ਹਾਂ ਤੇ ਕੰਮ ਕਰਕੇ ਤੁਸੀਂ ਬਿਹਤਰ ਬਣਨਾ ਚਾਹੁੰਦੇ ਹੋ। ਠੀਕ ਹੈ। ਇੱਕ ਆਦਤਾਂ ਮਜ਼ੇਦਾਰ ਹੁੰਦੀਆਂ ਹਨ। ਇੱਕ ਆਦਤ ਇਹ ਉਹ ਕੰਮ ਹਨ ਜੋ ਅਸੀਂ ਲਗਾਤਾਰ ਬਿਨਾਂ ਸਮਝੇ ਹਮੇਸ਼ਾ ਹੀ ਕਰਦੇ ਰਹਿੰਦੇ ਹਾਂ। ਆਦਤਾਂ ਇੱਕ ਕੰਮ ਫੇਰ ਅਤੇ ਫੇਰ ਕਰਨ ਨਾਲ ਪੈਂਦੀਆਂ ਹਨ। ਦੂਜੇ ਅੱਖਰਾਂ 'ਚ ਅਸੀਂ ਉਹ ਕੰਮ ਫੇਰ ਅਤੇ ਫੇਰ ਅਤੇ ਫੇਰ ਅਤੇ ਫੇਰ ਅਤੇ ਫੇਰ ਅਤੇ ਫੇਰ ਕਰਦੇ ਹਾਂ ਜਦ ਤੱਕ ਸਾਡੇ ਚਰਿੱਤਰ ਦਾ ਹਿੱਸਾ ਨਹੀਂ ਬਣ ਜਾਂਦੀਆਂ। ਇਹ ਤੁਹਾਡਾ ਇੱਕ ਹਿੱਸਾ ਹੁੰਦੀਆਂ ਹਨ, ਤੁਹਾਡੇ ਬਨਾਵਟ ਦਾ ਇੱਕ ਹਿੱਸਾ, ਅਤੇ ਉਹ ਇੰਨੀ ਗਹਿਰਾਈ 'ਚ ਤੁਹਾਡਾ ਹਿੱਸਾ ਬਣਦੀਆਂ ਹਨ ਕਿ ਤੁਹਾਨੂੰ ਉਹ ਕਰਨ ਲਈ ਬਿਲਕੁਲ ਵੀ ਦਿਮਾਗ ਨਾਲ ਸੋਚਣਾ ਹੀ ਨਹੀਂ ਪੈਂਦਾ। ਉਹ ਆਪੋ ਆਪ ਹੀ ਹੋ ਜਾਂਦਾ। ਤੁਸੀਂ ਉਹ ਕਰਦੇ ਹੋ। ਮੈਨੂੰ ਅਲਾਰਮ ਨਹੀਂ ਲਾਉਣਾ ਪੈਂਦਾ ਬਰਸ਼ ਕਰਨ ਦੇ ਲਈ ਖਾਣ ਤੋਂ ਬਾਅਦ। ਮੈਂ ਸਾਰਾ ਜੀਵਨ ਉਹ ਕੀਤਾ ਹੈ ਭਈ। ਮੈਂ ਇੱਕ ਦਿਨ ਕਿਸੇ ਨੂੰ ਕਹਿ ਰਹੀ ਸਾਂ ਮੈਨੂੰ ਨਹੀਂ ਪਤਾ ਸਾਨੂੰ ਇਹ ਆਦਤਾਂ ਕਿਉਂ ਪੈਂਦੀਆਂ ਨੇ, ਪਰ ਮੈਂ ਸ਼ੁਰੂਆਤ 'ਚ ਆਪਣੇ ਹੱਥਾਂ ਪੈਰਾਂ ਤੇ ਰਾਤੀ ਸੌਣ ਤੋਂ ਪਹਿਲਾਂ ਕਰੀਮ ਲਾਉਣੀ ਸ਼ੁਰੂ ਕੀਤੀ ਸੀ। ਹਰ ਰਾਤ ਮੈਂ ਆਪਣੇ ਬਿਸਤਰੇ ਤੇ ਬੈਠਦੀ ਹਾਂ ਅਤੇ ਆਪਣੇ ਪੈਰਾਂ ਤੇ ਕਰੀਮ ਲਾਉਂਦੀ ਹਾਂ। ਪੈਰ ਸੁੱਕਣ ਤੱਕ ਉਡੀਕ ਨਹੀਂ ਸਕਦੀ। ਮੈਂ ਇਹਦੇ ਬਾਰੇ ਸੋਚਦੀ ਨਹੀਂ। ਮੈਨੂੰ ਚੇਤੇ ਰੱਖਣ ਲਈ ਇਹ ਲਿਖਣਾ ਵੀ ਨਹੀਂ ਪੈਂਦਾ ਕੀ ਕਰਨਾ ਹੈ। ਸਾਡੇ ਸਭਨਾਂ ਦੀਆਂ ਅਜਿਹੀਆਂ ਆਦਤਾਂ ਹੁੰਦੀਆਂ ਨੇ, ਹੈ ਨਾ? ਕਈਆਂ ਦੀ ਟੂਥਪੇਸਟ ਖਾਸ ਤਰੀਕੇ ਦਬਾਉਣ ਦੀ ਆਦਤ ਹੁੰਦੀ ਹੈ, ਕਈਆਂ ਨੂੰ ਇੱਕ ਚੀਜ਼ ਦੀ, ਕਈਆਂ ਨੂੰ ਦੂਜੀ ਦੀ ਆਦਤ ਹੁੰਦੀ ਹੈ, ਕਈਆਂ ਨੂੰ ਬਿਸਤਰੇ ਠੀਕ ਕਰਨ ਦੀ ਆਦਤ ਹੁੰਦੀ ਹੈ। ਇੱਕ ਜਨਾਨੀ ਨੇ ਮੈਨੂੰ ਦੱਸਿਆ ਉਹਨੂੰ ਬਿਸਤਰੇ ਠੀਕ ਕਰਨ ਦੀ ਇੰਨੀ ਕਾਹਲੀ ਹੁੰਦੀ ਸੀ। ਉਹਦੇ ਪਤੀ ਨੇ ਕਿਹਾ ਮੈਨੂੰ ਪਹਿਲਾਂ ਬਿਸਤਰੇ ਤੋਂ ਨਿਕਲਣ ਦੇ ਫਿਰ ਠੀਕ ਕਰੀ। ਕੁਝ ਬੰਦੇ ਰੋਟੀ ਖਾ ਕੇ ਉੱਠਦੇ ਨੇ, ਰਸੋਈ ਸਾਫ਼ ਕਰਦੇ ਨੇ, ਕੁਝ ਰੋਟੀ ਖਾ ਕੇ ਸੋਫੇ ਤੇ ਲੇਟ ਜਾਂਦੇ ਨੇ। ਸਾਡੀਆਂ ਆਦਤਾਂ ਵੱਖ-ਵੱਖ ਹੁੰਦੀਆਂ ਹਨ ਅਤੇ ਸਾਡੀਆਂ ਜੋ ਆਦਤਾਂ ਹੁੰਦੀਆਂ ਨੇ ਉਹ ਬਹੁਤ 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 ਅਹਿਮ ਹੁੰਦੀਆਂ ਨੇ। ਬਾਈਬਲ 'ਚ ਰੋਮੀਓ 5:17 'ਚ ਲਿਖਿਆ ਕਿ ਸਾਨੂੰ ਜੀਵਨ 'ਚ ਰਾਜਿਆਂ ਵਾਂਗ ਸ਼ਾਸਨ ਕਰਨਾ ਹੈ ਯਿਸੂ ਮਸੀਹ ਦੇ ਧਰਮ ਦੇ ਦੁਆਰਾ। ਜਿਹੜੇ ਖੁਦ ਨੂੰ ਮਸੀਹ ਵਿੱਚ ਜਾਣਦੇ ਨੇ, ਜਿਨ੍ਹਾਂ ਦਾ ਮਸੀਹ ਨਾਲ ਸੰਬੰਧ ਹੁੰਦਾ ਹੈ, ਜਿਹੜੇ ਮਸੀਹ ਦੇ ਲਹੂ ਰਾਹੀਂ ਪਰਮੇਸ਼ਰ ਨਾਲ ਧਰਮੀ ਬਣੇ ਹਨ, ਉਹ ਜੀਵਨ 'ਚ ਰਾਜਿਆਂ ਵਾਂਗ ਸ਼ਾਸਨ ਕਰਦੇ ਹਨ। ਸਾਨੂੰ ਕਿਸੇ ਦੇ ਅਧੀਨ ਨਹੀਂ ਰਹਿਣਾ। ਝੁੱਕ ਕੇ, ਸਤਾਏ ਹੋਏ, ਮੁਸ਼ਕਿਲਾਂ ਨਾਲ ਜੀਉਂਦੇ, ਮਸੇ ਗੁਜ਼ਾਰਾ ਕਰਦੇ ਹੋਏ, ਆਨੰਦ ਅਤੇ ਸ਼ਾਂਤੀ ਅਤੇ ਜਿੱਤ ਦੇ ਬਗੈਰ ਸਾਨੂੰ ਸ਼ਾਸਨ ਕਰਨਾ ਹੈ ਰਾਜਿਆਂ ਵਾਂਗ ਇਸ ਜੀਵਨ ਵਿੱਚ ਯਿਸੂ ਮਸੀਹ ਦੇ ਧਰਮ ਦੇ ਦੁਆਰਾ। ਧਰਮ ਸਾਨੂੰ, ਹੁਣ ਸੁਣੋ, ਧਰਮ ਸਾਨੂੰ ਪਰਮੇਸ਼ਰ ਦੀ
ਕਿਰਪਾ ਕਰਕੇ ਮੁਫਤ ਦਾਤ ਦੇ ਤੌਰ ਤੇ ਮਿਲਦਾ ਹੈ, ਉਹ ਅੰਦਰ ਪਾਇਆ ਜਾਂ ਸੰਚਾਰਿਤ ਕੀਤਾ ਜਾਂਦਾ ਹੈ ਸਾਡੇ ਆਤਮਾ 'ਚ। ਜਦ ਅਸੀਂ ਮਸੀਹ ਨੂੰ ਮੁਕਤੀਦਾਤਾ ਸਵੀਕਾਰਦੇ ਹਾਂ, ਧਰਮ ਸਾਡੇ ਆਤਮਾ 'ਚ ਰਹਿਣ ਲੱਗਦਾ ਹੈ। ਏਦਾਂ ਹੋਣਾ ਜ਼ਰੂਰੀ ਹੈ ਕਿਉਂਕਿ ਪਰਮੇਸ਼ਵਰ ਪਵਿੱਤਰ ਹਨ ਅਤੇ ਉਹ ਸਿਰਫ ਪਵਿੱਤਰ ਥਾਂ ਤੇ ਹੀ ਰਹਿ ਸਕਦੇ ਹਨ। ਇਸ ਲਈ ਜੇ ਪਰਮੇਸ਼ਵਰ ਨੇ ਸਾਡੇ ਆਤਮਾ 'ਚ ਰਹਿਣਾ ਹੈ, ਫਿਰ ਉੱਥੇ ਦੀ ਹਰ ਚੀਜ਼ ਦਾ ਸਾਫ਼ ਹੋਣਾ ਬੜਾ ਜ਼ਰੂਰੀ ਹੈ। ਤੁਹਾਨੂੰ ਆਪਣੇ ਬਾਰੇ ਗੱਲ ਸਮਝਣੀ ਹੈ। ਜੇ ਤੁਸੀਂ ਮਸੀਹ ਨੂੰ ਮੁਕਤੀਦਾਤਾ ਸਵੀਕਾਰਿਆ ਹੈ, ਤੁਸੀਂ ਅੰਦਰੋਂ ਪਵਿੱਤਰ ਹੋ। ਤੁਹਾਡੇ ਦਿਲ ਦੀ ਗਹਿਰਾਈ 'ਚ ਉਹ ਕਰਨ ਦੀ ਇੱਛਾ ਹੈ ਜੋ ਸਹੀ ਹੈ। ਉਹ ਇੱਛਾ ਤੁਹਾਡੇ ਅੰਦਰ ਪਾਈ ਹੈ ਪਰਮੇਸ਼ਰ ਨੇ। ਯਿਸੂ ਨੂੰ ਸਵੀਕਾਰਨ ਤੋਂ ਪਹਿਲਾਂ ਤੁਸੀਂ ਗਲਤ ਕੰਮ ਕਰਨਾ ਚਾਹੁੰਦੇ ਸੀ। ਉਹਨਾਂ 'ਚ ਕਈ ਤੁਹਾਨੂੰ ਪਰੇਸ਼ਾਨ ਵੀ ਨਹੀਂ ਕਰਦੇ ਸੀ, ਪਰ ਜਦ ਤੁਸੀਂ ਮਸੀਹ ਨੂੰ ਮੁਕਤੀਦਾਤਾ ਸਵੀਕਾਰਦੇ ਹੋ, ਬੁਰੀਆਂ ਆਦਤਾਂ ਕਰਕੇ ਗਲਤ ਕੰਮ ਕਰਨਾ ਜਾਰੀ ਰੱਖਦੇ ਹੋ, ਪਰ ਉਹ ਹੁਣ ਤੁਹਾਨੂੰ ਪਰੇਸ਼ਾਨ ਕਰਨ ਲੱਗਦੀਆਂ ਹਨ ਕਿਉਂਕਿ ਹੁਣ ਤੁਹਾਡੇ ਅੰਦਰ ਕੁਝ ਹੋਰ ਹੁੰਦਾ ਹੈ। ਅਸੀਂ ਕਈ ਗੱਲਾਂ ਸੁਣਦੇ ਹਾਂ ਪਰ ਉਹਨਾਂ ਵੱਲ ਧਿਆਨ ਨਹੀਂ ਦਿੰਦੇ। ਜੇ ਅਸੀਂ ਇਹਨਾਂ ਗੱਲਾਂ ਵੱਲ ਥੋੜਾ ਧਿਆਨ ਦੇਵਾਂਗੇ ਅਤੇ ਇਹ ਸਮਝਾਂਗੇ ਕਿ ਪਰਮੇਸ਼ਰ ਨੇ ਸਾਡੇ ਲਈ ਕੀ ਕੀਤਾ ਹੈ, ਅਸੀਂ ਆਪਣੇ ਅਤੇ ਆਪਣੇ ਜੀਵਨ ਬਾਰੇ ਇੰਨੇ ਉਤਸ਼ਾਹਿਤ ਹੋਵਾਂਗੇ ਕਿ ਸਾਡੇ 'ਚ ਬਰਦਾਸ਼ਤ ਨਹੀਂ ਹੋਏਗਾ। ਤੁਸੀਂ ਪਰਮੇਸ਼ਰ ਦਾ ਘਰ ਹੋ। ਉਹ ਤੁਹਾਡੀ ਆਤਮਾ 'ਚ ਰਹਿ ਰਹੇ ਹਨ। ਆਪਣੇ ਆਤਮਾ ਰਾਹੀਂ ਤੁਸੀਂ ਉਹਨਾਂ ਨਾਲ ਧਰਮੀ ਬਣਾਏ ਗਏ ਹੋ। ਤੁਸੀਂ ਧਰਮੀ ਬਣ ਕੇ ਦਲੇਰੀ ਨਾਲ ਸਿੰਘਾਸਨ ਕੋਲ ਜਾ ਕੇ ਉਹਨਾਂ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਅਤੇ ਤੁਹਾਡੇ ਜੀਵਨ ਦੇ ਹਰ ਪੱਖ 'ਚ ਸ਼ਾਮਿਲ ਹੋਣ ਨੂੰ ਕਹਿ ਸਕਦੇ ਹੋ, ਯਿਸੂ ਦੇ ਲਹੂ ਦੇ ਕਾਰਨ। ਬਾਈਬਲ 'ਚ ਲਿਖਿਆ ਹਿਜ਼ਕੀਏਲ ਅਧਿਆਇ 36 ਅਤੇ ਅਧਿਆਇ 11 'ਚ ਕਿ ਅਸੀਂ ਸਵੀਕਾਰਦੇ ਹਾਂ ਇੱਕ ਨਵਾਂ ਦਿਲ ਅਤੇ ਇੱਕ ਨਵਾਂ ਆਤਮਾ। ਉਹਨਾਂ ਆਪਣਾ ਆਤਮਾ ਸਾਡੇ ਅੰਦਰ ਪਾਇਆ ਅਤੇ ਉਹ ਸਾਨੂੰ ਆਪਣਾ ਦਿਲ ਦਿੰਦੇ ਹਨ। ਉਹ ਸਭ ਚੀਜ਼ਾਂ ਜੋ ਸਾਡੇ ਅੰਦਰ ਹਨ, ਉਹ ਮੇਰੇ 'ਚ ਹਨ। ਉਹ ਮੇਰੇ 'ਚ ਹਨ। ਧਰਮ ਮੇਰੇ ਵਿੱਚ ਹੈ, ਪਵਿੱਤਰਤਾ ਮੇਰੇ 'ਚ ਹੈ, ਭਲਾਈ ਮੇਰੇ 'ਚ ਹੈ, ਆਤਮਾ ਦਾ ਫਲ ਮੇਰੇ 'ਚ ਹੈ। ਚੰਗਾ, ਹੁਣ ਉਹ ਸਾਡੇ 'ਚ ਹੈ। ਮੈਂ ਚਾਹਾਂ ਤਾਂ ਇਹ ਸਾਬਿਤ ਕਰਨ ਲਈ ਤੁਹਾਨੂੰ ਇੱਕ ਤੋਂ ਬਾਅਦ ਇੱਕ ਸ਼ਾਸਤਰ ਚੰਦ ਸੁਣਾ ਸਕਦੀ ਹਾਂ। ਵੈਸੇ ਇੱਥੇ ਕਈ ਬੰਦੇ ਹੋਣਗੇ ਜਿਨ੍ਹਾਂ ਦਾ ਬਚਾਅ ਹੋਇਆ 20 ਸਾਲ ਹੋ ਗਏ ਨੇ, ਪਰ ਉਹ ਅਜੇ ਵੀ ਨਹੀਂ ਜਾਣਦੇ। ਸੋਚਦੇ ਨੇ ਸਾਨੂੰ ਇਸ ਐਤਵਾਰ ਨੂੰ ਗਿਰਜੇ ਜਾਣ ਤੇ ਮਿਲਦਾ ਹੈ ਕਿ ਤੁਸੀਂ ਮਸੀਹੀ ਹੋ। ਮੈਂ ਗਿਰਜੇ ਜਾਣਾ, ਇਹਦੇ ਤੋਂ ਕੁਝ ਪਤਾ ਨਹੀਂ ਚੱਲਦਾ। ਮੈਂ ਅੱਜ ਕੱਲ੍ਹ ਆਪਣੀ ਹਰ ਸਭਾ 'ਚ ਕਹਿੰਦੀ ਹਾਂ, ਪਰ ਇਹ ਬਹੁਤ ਵਧੀਆ ਹੈ। ਮੈਂ ਫੇਰ ਕਹਾਂਗੀ, ਮੈਂ ਸਾਰਾ ਦਿਨ ਜਾ ਕੇ ਗਰਾਜ 'ਚ ਬਹਿ ਕੇ ਗੱਡੀ ਨਹੀਂ ਬਣ ਜਾਵਾਂਗੀ। ਕਿੰਨੇ ਜਾਣਦੇ ਨੇ ਜੇ ਚਾਹਾਂ ਤਾਂ ਆਪਣੇ ਗਰਾਜ 'ਚ ਪੂਰੇ ਇੱਕ ਹਫ਼ਤੇ ਲਈ ਬਹਿ ਸਕਦੀ ਹਾਂ, ਪਰ ਬਾਹਰ ਨਿਕਲਣ ਤੇ ਮੈਂ ਫੇਰ ਵੀ ਗੱਡੀ ਨਹੀਂ ਬਣ ਸਕਦੀ ਭਾਈ। ਅਸੀਂ ਕੁਝ ਬਣਨ ਲਈ ਗਿਰਜੇ ਨਹੀਂ ਜਾਂਦੇ। ਅਸੀਂ ਇਸ ਲਈ ਗਿਰਜੇ ਜਾਂਦੇ ਹਾਂ ਕਿਉਂਕਿ ਸਾਨੂੰ ਕੁਝ ਬਣਾਇਆ ਗਿਆ ਹੈ, ਕਿਉਂਕਿ ਪਰਮੇਸ਼ਰ ਨੇ ਸਾਡੇ ਸਭਨਾਂ ਦੇ ਅੰਦਰ ਇੱਕ ਕੰਮ ਕੀਤਾ ਅਤੇ ਅਸੀਂ ਆਉਂਦੇ ਹਾਂ ਕਿਉਂਕਿ ਅਸੀਂ ਆਉਣਾ ਚਾਹੁੰਦੇ ਹਾਂ। ਅਸੀਂ ਵਚਨ ਸੁਣਨਾ ਚਾਹੁੰਦੇ ਹਾਂ, ਉਸਤਤ ਕਰਨਾ ਚਾਹੁੰਦੇ, ਹੋਰ ਲੋਕਾਂ ਦੀ ਸੰਗਤ 'ਚ ਰਹਿਣਾ ਚਾਹੁੰਦੇ ਹਾਂ। ਅਸੀਂ ਦੇਣ 'ਚ ਸ਼ਾਮਿਲ ਹੋਣਾ ਚਾਹੁੰਦੇ ਹਾਂ, ਸੇਵਾ ਕਰਨ 'ਚ ਅਤੇ ਅਸੀਂ ਮਸੀਹ ਸਮਾਜ 'ਚ ਸ਼ਾਮਿਲ ਹੋਣਾ ਚਾਹੁੰਦੇ ਹਾਂ। ਪਰਮੇਸ਼ਰ ਦਾ ਆਤਮਾ ਸਾਡੇ ਅੰਦਰ ਰਹਿੰਦਾ ਹੈ ਅਤੇ ਸਾਨੂੰ ਜੀਵਨ 'ਚ ਯਿਸੂ ਮਸੀਹ ਰਾਹੀਂ ਰਾਜਿਆਂ ਵਾਂਗ ਸ਼ਾਸਨ ਕਰਨ ਦੀ ਆਸ ਹੁੰਦੀ ਹੈ। ਫਿਰ ਅਸੀਂ ਕਰਦੇ ਕਿਉਂ ਨਹੀਂ? ਸਾਡੀ ਸਮੱਸਿਆ ਉਹ ਨਹੀਂ ਜੋ ਸਾਡੇ ਅੰਦਰ ਹੈ। ਸਾਨੂੰ ਜਿਹਦੀ ਲੋੜ ਹੈ ਉਹ ਸਾਡੇ ਵਿੱਚ ਹੈ, ਪਰ ਅਸੀਂ ਕੁਝ ਚੀਜ਼ਾਂ ਨੂੰ ਆਪਣੇ 'ਚੋਂ ਬਾਹਰ ਨਹੀਂ ਕੱਢਦੇ ਅਤੇ ਜਾਂ ਕਹਿ ਲਓ ਸਾਡੇ 'ਚੋਂ ਬਾਹਰ ਕੀ ਪ੍ਰਦਰਸ਼ਿਤ ਹੁੰਦਾ ਹੈ ਕਿਉਂਕਿ ਸਾਡੇ ਮਸੀਹ ਨੂੰ ਸਵੀਕਾਰਨ ਤੋਂ ਬਾਅਦ ਪਵਿੱਤਰ ਆਤਮਾ ਦਾ ਕੰਮ ਹੁੰਦਾ ਹੈ ਜੋ ਸਾਡੇ 'ਚ ਹੋਵੇ, ਉਹਨੂੰ ਸਾਡੇ ਦਿਲ ਦੀ ਗਹਿਰਾਈ 'ਚ ਲਿਜਾਣਾ ਅਤੇ ਉਹਦੇ ਤੇ ਸਾਡੇ ਜੀ ਰਾਹੀਂ ਕੰਮ ਕਰਨਾ ਜੋ ਹੈ ਤੁਹਾਡਾ ਮਨ, ਇੱਛਾ ਅਤੇ ਭਾਵਨਾਵਾਂ, ਅਤੇ ਫਿਰ ਤੁਹਾਡੇ 'ਚ ਉਬਾਰ ਲਿਆਉਣ ਤਾਂ ਜੋ ਲੋਕੀ ਪਰਮੇਸ਼ਰ ਨੂੰ ਵੇਖ ਸਕਣ।
ਯਿਸੂ ਨੇ ਪਰਮੇਸ਼ਰ ਦਾ ਪੁੱਤਰ ਅਤੇ ਮਨੁੱਖ ਦਾ ਪੁੱਤਰ ਕਿਹਾ ਜਾਂਦਾ ਹੈ। ਪਰਮੇਸ਼ਰ ਦਾ ਤੇ ਮਨੁੱਖ ਦਾ ਪੁੱਤਰ, ਕਿਉਂਕਿ ਉਹਨਾਂ ਦਾ ਇੱਕ ਕੁਵਾਰੀ ਤੋਂ ਜਨਮ ਹੋਇਆ, ਉਹਨਾਂ ਦੀ ਇੱਕ ਸੰਸਾਰਕ ਮਾਂ ਸੀ, ਪਰ ਪਿਤਾ ਪਰਮੇਸ਼ਵਰ ਸਨ। ਸਾਨੂੰ ਕਦੇ ਵੀ ਵਧਾ ਚੜਾ ਕੇ ਤੁਲਨਾ ਨਹੀਂ ਕਰਨੀ, ਕਿਉਂਕਿ ਅਸੀਂ ਜਾਣਦੇ ਹਾਂ ਅਸੀਂ ਪਰਮੇਸ਼ਵਰ ਦੇ ਬਗੈਰ ਕੁਝ ਨਹੀਂ। ਪਰ ਅਸੀਂ ਵੀ ਏਦਾਂ ਹੀ ਹਾਂ, ਅਸੀਂ ਇੱਕ ਸਰੀਰ ਹਾਂ, ਲਹੂ ਅਤੇ ਮਾਸ ਦੇ ਸਰੀਰਾਂ ਵਾਲਿਆਂ ਦੇ ਬੱਚੇ ਹਾਂ, ਪਰ ਫੇਰ ਵੀ ਨਵੇਂ ਜਨਮ ਰਾਹੀਂ ਪਰਮੇਸ਼ਰ ਦੇ ਬੱਚੇ ਬਣਦੇ ਹਾਂ। ਆਮੀਨ। ਯਿਸੂ ਨੇ ਕਿਹਾ ਤੁਸੀਂ ਉਹ ਕੰਮ ਕਰੋਗੇ ਜੋ ਮੈਂ ਕੀਤੇ ਨੇ, ਸਗੋਂ ਉਹਨਾਂ ਤੋਂ ਮਹਾਨ ਕਰੋਗੇ। ਬਾਈਬਲ 'ਚ ਕਿਸੇ ਵੀ ਥਾਂ ਤੇ ਨਹੀਂ ਲਿਖਿਆ ਕਿ ਸਾਨੂੰ ਦੁਨੀਆ 'ਚ ਦੁਖੀ, ਕਮਜ਼ੋਰ, ਢਿੱਲੇ, ਗਰੀਬ ਰਹਿਣਾ ਹੈ ਅਤੇ ਮੁਸ਼ਕਲ ਨਾਲ ਗੁਜ਼ਾਰਾ ਕਰਕੇ ਜਿਉਣਾ ਹੈ। ਜੇ ਤੁਸੀਂ ਅੱਜ ਹੋਰ ਕੁਝ ਨਾ ਸਮਝੋ, ਘੱਟੋ ਘੱਟ ਇਹ ਜਾਣ ਲਓ ਕਿ ਇਹ ਯਿਸੂ ਮਸੀਹ ਦੀ ਇੰਜਿਲ ਦਾ ਸੱਚ ਨਹੀਂ ਹੈ। ਸਾਡੇ ਸਾਹਮਣੇ ਕਈ ਕਸ਼ਟ ਆਉਣਗੇ, ਸਾਨੂੰ ਕਈ ਚੀਜ਼ਾਂ ਭੁਗਤਣੀਆਂ ਪੈਣਗੀਆਂ, ਪਰ ਅਸੀਂ ਜੇਤੂਆਂ ਤੋਂ ਵੱਧ ਹਾਂ। ਮੇਰੇ ਅੰਦਰ ਵਸਣ ਵਾਲਾ ਉਹਦੇ ਤੋਂ ਮਹਾਨ ਹੈ ਜੋ ਸੰਸਾਰ ਵਿੱਚ ਹੈ। ਮੈਂ ਮਸੀਹ ਰਾਹੀਂ ਸਭ ਕੁਝ ਕਰ ਸਕਦਾ ਹਾਂ। ਜੇ ਤੁਸੀਂ ਆਪਣੇ ਜੀਵਨ ਬਾਰੇ ਅਜਿਹਾ ਰਵੱਈਆ ਨਹੀਂ ਰੱਖੋਗੇ, ਸ਼ੈਤਾਨ ਤੁਹਾਡੇ ਤੇ ਕਾਬੂ ਕਰ ਲਵੇਗਾ। ਤੁਹਾਡਾ ਦਲੇਰ, ਆਕ੍ਰਾਮਕ, ਜੇਤੂ ਵਾਲਾ ਰਵੱਈਆ ਹੋਣਾ ਚਾਹੀਦਾ ਹੈ, ਅਤੇ ਉਹ ਤੁਹਾਡੇ 'ਚ ਹੈ। ਜਦ ਮੈਂ ਏਦਾਂ ਪ੍ਰਚਾਰ ਵੀ ਕਰਦੀ ਹਾਂ, ਮੈਂ ਅੰਦਰ ਅੱਗ ਮਹਿਸੂਸ ਕਰਦੀ ਹਾਂ। ਮੈਨੂੰ ਲੱਗਦਾ ਵਾਹ, ਮੈਨੂੰ ਪਤਾ ਏਦਾਂ ਮਹਿਸੂਸ ਕਰਨ ਦਾ ਅਰਥ ਹੈ ਮੇਰੇ ਅੰਦਰ ਪਵਿੱਤਰ ਆਤਮਾ ਸਹਿਮਤ ਹੋ ਰਹੇ ਨੇ। ਜਦ ਪਵਿੱਤਰ ਆਤਮਾ ਸਾਡੇ ਕੰਮਾਂ ਨਾਲ ਸਹਿਮਤ ਨਹੀਂ ਹੁੰਦੇ, ਸਾਨੂੰ ਬੁਰਾ ਲੱਗਦਾ ਹੈ। ਕਿੰਨੇ ਮਹਿਸੂਸ ਕਰਦੇ ਨੇ ਪਰਮੇਸ਼ਰ ਏਦਾਂ ਲੋਕਾਂ ਨਾਲ ਗੱਲ ਕਰਦੇ ਹਨ। ਜਾਂ ਲੋਕੀ ਸੋਚਦੇ ਨੇ ਪਤਾ ਨਹੀਂ ਕੀ ਹੋਇਆ, ਪਤਾ ਨਹੀਂ, ਮੈਂ ਸਹੀ ਨਹੀਂ ਮਹਿਸੂਸ ਕਰਦਾ ਕਿ ਤੁਸੀਂ ਬਿਮਾਰ ਹੋ। ਨਹੀਂ, ਪਤਾ ਨਹੀਂ ਕੀ ਹੈ, ਬਸ ਲੱਗਦਾ ਪਤਾ ਨਹੀਂ ਕੁਝ ਠੀਕ ਨਹੀਂ ਹੈ ਭਾਈ, ਪਤਾ ਨਹੀਂ ਸ਼ਾਂਤੀ ਨਹੀਂ ਹੈ, ਭਾਰੀਪਨ ਲੱਗਦਾ ਹੈ। ਹੈਲੋ, ਸ਼ਾਇਦ ਤੁਸੀਂ ਸਾਰਾ ਦਿਨ ਲੋਕਾਂ ਨਾਲ ਬਦਤਮੀਜ਼ੀ ਕਰਦੇ ਰਹੇ ਤੇ ਤੁਹਾਨੂੰ ਜਾ ਕੇ ਕੁਝ ਬੰਦਿਆਂ ਤੋਂ ਅਤੇ ਪਰਮੇਸ਼ਰ ਤੋਂ ਮਾਫੀ ਮੰਗਣੀ ਤਾਂ ਜੋ ਤੁਸੀਂ ਮਹਿਸੂਸ ਕਰੋ ਏਦਾਂ ਹੈ। ਤੁਹਾਡੇ ਢਿੱਡ ਵਿੱਚ ਸ਼ਕਤੀ ਹੈ। ਯਿਸੂ ਨੇ ਕਿਹਾ ਤੁਹਾਡੇ ਢਿੱਡ ਚੋਂ ਜੀਵਨ ਪਾਣੀ ਦੀਆਂ ਨਦੀਆਂ ਵਗਣਗੀਆਂ। ਸਾਡੇ ਕੋਲ ਸ਼ਾਇਦ ਸਰੀਰ 'ਚ ਉਹ ਨਾ ਹੋਵੇ ਜੋ ਸਾਨੂੰ ਲੋੜ ਹੈ, ਪਰ ਆਤਮਾ ਜੋ ਚਾਹੀਦਾ ਹੈ। ਪਰ ਅਸੀਂ ਜਿਸ ਤਰੀਕੇ ਉਹ ਬਾਹਰ ਕੱਢਦੇ ਹਾਂ ਤਾਂ ਜੋ ਕਿਸੇ ਹੋਰ ਦਾ ਭਲਾ ਹੋ ਸਕੇ, ਸਾਡੇ ਆਤਮਾ 'ਚ ਸਭ ਕੁਝ ਹੋ ਸਕਦਾ ਹੈ, ਪਰ ਜੇ ਮੈਂ ਉਹ ਬਾਹਰ ਤੁਹਾਡੇ ਤੱਕ ਨਾ ਲਿਆ ਸਕਾਂ ਅਤੇ ਮੈਂ ਹੋਰ ਵੀ ਨੁਕਸਾਨ ਕਰਦੀ ਹਾਂ, ਜੇ ਮੈਂ ਜਾ ਕੇ ਸਭਨਾਂ ਨੂੰ ਇਹ ਕਹਾਂ ਕਿ ਦੇਖੋ ਮੈਂ ਇੱਕ ਮਸੀਹ ਹਾਂ, ਮੈਂ ਏਦਾਂ ਉਦਾਂ, ਮੈਂ ਧਾਰਮਿਕ ਹਾਂ, ਗਿਰਜੇ ਜਾਂਦੀ ਹਾਂ, ਅਤੇ ਉਹ ਮੇਰੇ ਜੀਵਨ 'ਚ ਕੋਈ ਤਬਦੀਲੀ ਨਾ ਵੇਖਣ, ਫਿਰ ਜੇ ਅਸੀਂ ਮਤਲਬੀ, ਚਿੜਚਿੜੇ, ਕੰਜੂਸ, ਖੁਦਗਰਜ਼, ਆਤਮ ਕੇਂਦਰਿਤ ਹੋਈਏ ਅਤੇ ਸਾਡੇ ਨਾਲ ਗੁਜ਼ਾਰਾ ਕਰਨਾ ਔਖਾ ਹੋਏ, ਫਿਰ ਤੁਸੀਂ ਪਖੰਡੀ ਹੋ, ਪਖੰਡੀ ਹੋ, ਤੁਸੀਂ ਪਖੰਡੀ ਹੋ, ਪਖੰਡੀ ਹੋ। ਬੰਪਰ ਸਟਿਕਰ ਲਾਇਆ, ਪਰ ਤੁਸੀਂ ਹੋਰਾਂ ਤੋਂ ਵੱਖ ਨਹੀਂ ਹੋ। ਸਾਡੇ ਤੋਂ ਹੋਰਾਂ ਤੋਂ ਵੱਖ ਹੋਣ ਦੀ ਆਸ ਹੈ। ਇਹਦਾ ਇਹ ਅਰਥ ਨਹੀਂ ਕਿ ਅਸੀਂ ਭੁੱਲਾਂ ਨਹੀਂ ਕਰਦੇ, ਪਰ ਸਾਡੇ ਤੋਂ ਆਸ ਹੁੰਦੀ ਹੈ ਕਿ ਆਪਣੀ ਜੋਤ ਨੂੰ ਚਮਕਣ ਦਈਏ ਅਤੇ ਹੋਰਾਂ ਤੋਂ ਵੱਖ ਹੋਈਏ। ਅਸੀਂ, ਤੁਸੀਂ ਅਤੇ ਮੈਂ, ਅਸੀਂ ਸਾਰੇ ਉਦਾਹਰਣ ਹਾਂ। ਸਾਨੂੰ ਆਪਣੇ ਜੀਵਨ ਇਸ ਤਰੀਕੇ ਜੀਣੇ ਹਨ, ਇਸ ਤਰੀਕੇ ਜੀਵਨ ਜੀਣਾ ਜਿੱਥੇ ਸਾਨੂੰ ਲੋਕਾਂ ਅੱਗੇ ਪ੍ਰਚਾਰ ਕਰਨ ਦੀ ਲੋੜ ਨਾ ਪਏ। ਮੈਂ ਸੱਚਮੁੱਚੀ ਇਹ ਮੰਨਦੀ ਹਾਂ, ਮੈਂ ਮੰਨਦੀ ਹਾਂ ਕਿ ਤੁਸੀਂ ਸਾਰੇ ਜੋ ਟੀਵੀ ਵੇਖ ਰਹੇ ਹਨ ਵੱਧ ਭਲਾ ਕਰੋਗੇ ਜੇ ਤੁਸੀਂ ਆਪਣੇ ਹਰ ਦਿਨ ਦੇ ਜੀਵਨ 'ਚ, ਜੇ ਤੁਸੀਂ ਇਹ ਗੱਲ ਸਮਝ ਲਓ ਅਤੇ ਤੁਸੀਂ ਪਵਿੱਤਰ ਆਤਮਾ ਨਾਲ ਉਸ ਪ੍ਰਕਿਰਿਆ 'ਚੋਂ ਲੰਘੋਗੇ ਜਿਹਦੇ 'ਚ ਉਹ ਤੁਹਾਨੂੰ ਲਿਜਾਣਾ ਚਾਹੁੰਦੇ ਹਨ। ਜੇ ਤੁਸੀਂ ਯਾਤਰਾ 'ਚੋਂ ਲੰਘੋਗੇ ਅਤੇ ਤੁਸੀਂ ਨਵੀਆਂ ਆਦਤਾਂ ਪਾਓਗੇ ਅਤੇ ਉਹ ਨਵਾਂ ਜੀਵਨ ਜੀਓਗੇ ਜਿਹਦਾ ਯਿਸੂ ਨੇ ਤੁਹਾਡੇ ਲਈ ਪ੍ਰਬੰਧ ਕੀਤਾ, ਤੁਸੀਂ ਹਰ ਇੱਕ ਦਿਨ ਉਹਦੇ ਤੋਂ ਵੱਧ ਭਲਾ ਕਰੋਗੇ। ਆਪਣੇ ਸਮਾਜ 'ਚ, ਆਪਣੇ ਦਫ਼ਤਰ 'ਚ, ਆਪਣੇ ਗੁਆਂਢ 'ਚ, ਬਾਜ਼ਾਰਾਂ 'ਚ। ਜਿੰਨਾ ਮੈਂ ਸਾਰਾ ਜੀਵਨ ਏਦਾਂ ਪ੍ਰਚਾਰ ਕਰਦਿਆਂ ਵੀ ਨਹੀਂ ਕਰ ਸਕਦੀ, ਕਿਉਂਕਿ ਜ਼ਿਆਦਾਤਰ ਜਿਨ੍ਹਾਂ ਬੰਦਿਆਂ ਨੂੰ ਮੇਰੀ ਗੱਲ ਸੁਣਨੀ ਚਾਹੀਦੀ ਹਨ ਉਹ ਨਹੀਂ ਸੁਣ ਰਹੇ। ਕਈ ਸੁਣ ਰਹੇ ਹਨ, ਪਰ ਅਜੇ ਵੀ ਲੱਖਾਂ ਹਨ ਜੋ ਅਜਿਹੀ ਸਭਾ 'ਚ ਆ ਕੇ ਕਹਿੰਦੇ ਹਨ ਕਲਿੱਕ ਨਾ, ਮੈਂ ਪ੍ਰੋਗਰਾਮ ਨਹੀਂ ਵੇਖਾਂਗਾ। ਬਹੁਤ ਸਾਰੇ ਹਨ ਜੋ ਵੇਖਦੇ ਨੇ ਅਤੇ
ਪਰਮੇਸ਼ਰ ਲੋਕਾਂ ਦੇ ਦਿਲਾਂ ਤੇ ਅਸਰ ਕਰਦੇ ਹਨ ਅਤੇ ਸਾਡੀ ਟੀਵੀ ਦੀ ਸੇਵਕਾਈ ਬੜੀ ਫਲਦਾਈ ਹੈ। ਪਰ ਮੈਂ ਇੱਕ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਇਸ ਸ਼ਹਿਰ 'ਚ ਲੱਖਾਂ ਬੰਦੇ ਹਨ ਜਿਨ੍ਹਾਂ ਦਾ ਅੱਜ ਇੱਥੇ ਹੋਣਾ ਬੜਾ ਜ਼ਰੂਰੀ ਸੀ, ਪਰ ਉਹ ਇਸ ਤਰ੍ਹਾਂ ਦੀ ਸਭਾ 'ਚ ਆਉਣ ਲਈ ਤਿਆਰ ਨਹੀਂ ਹੁੰਦੇ। ਪਰ ਤੁਸੀਂ ਹਰ ਦਿਨ ਉਹਨਾਂ ਨਾਲ ਨਿਬੜਦੇ ਹੋ। ਵੱਖ-ਵੱਖ ਬੰਦੇ ਹਰ ਦਿਨ ਉਹਨਾਂ ਨਾਲ ਨਿਬੜਦੇ ਹਨ। ਉਹ ਇੱਕ ਅੱਧੇ ਦਿਨ ਨਹੀਂ, ਹਮੇਸ਼ਾ ਤੁਹਾਡੇ ਆਲੇ ਦੁਆਲੇ ਰਹਿੰਦੇ ਹਨ। ਅਤੇ ਧਿਆਨ ਦੇਣਾ, ਇੱਕ ਲਗਾਤਾਰ ਗਵਾਹ ਤੋਂ ਵੱਧ ਸ਼ਕਤੀਸ਼ਾਲੀ ਕੁਝ ਵੀ ਨਹੀਂ ਹੁੰਦਾ, ਕੁਝ ਵੀ ਨਹੀਂ। ਉਹਦੇ ਤੋਂ ਵੱਧ ਸ਼ਕਤੀਸ਼ਾਲੀ ਕੁਝ ਨਹੀਂ ਹੁੰਦਾ ਜਿੰਨਾ ਲਗਾਤਾਰ ਉਹ ਹੋਣਾ ਜਿਹਦੇ ਲਈ ਪਰਮੇਸ਼ਵਰ ਨੇ ਤੁਹਾਨੂੰ ਸੱਦਿਆ ਹੈ। ਤੁਹਾਨੂੰ ਨਵੀਆਂ ਆਦਤਾਂ ਪਾਣੀਆਂ ਹਨ, ਹੈ ਨਾ? ਤੁਹਾਨੂੰ ਪਾਪ ਕਰਦਿਆਂ ਕੋਈ ਸਮੱਸਿਆ ਨਹੀਂ ਹੁੰਦੀ ਸੀ। ਕਿੰਨਿਆਂ ਨੂੰ ਪਾਪ ਕਰਦਿਆਂ ਕਸ਼ਟ ਨਹੀਂ ਹੋਇਆ? ਤੁਹਾਨੂੰ ਕੋਸ਼ਿਸ਼ ਜਾਂ ਮਿਹਨਤ ਨਹੀਂ ਕਰਨੀ ਪਈ। ਸਵੇਰੇ ਉੱਠ ਕੇ ਨਹੀਂ ਕਹਿਣਾ ਪਿਆ ਕਿ ਮੈਨੂੰ ਪਾਪ ਕਰਨ ਦੀ ਆਦਤ ਪਾਣੀ ਪਏਗੀ। ਤੁਸੀਂ ਤੇ ਮੈਂ ਬਸ ਕਰਦੇ ਸੀ। ਇਹ ਤਾਂ ਸੀ ਜਦ ਅਸੀਂ ਪਾਪੀ ਸਾਂ, ਪਰ ਹੁਣ ਅਸੀਂ ਪਾਪੀ ਨਹੀਂ। ਅਸੀਂ ਹੁਣ ਵੀ ਭੁੱਲਾਂ ਕਰਦੇ ਹਾਂ, ਪਰ ਹੁਣ ਅਸੀਂ ਪਾਪੀ ਨਹੀਂ ਹਾਂ। ਸਾਨੂੰ ਹੁਣ ਪਰਮੇਸ਼ਰ ਦਾ ਧਰਮ ਮੰਨਿਆ ਜਾਂਦਾ ਹੈ ਮਸੀਹ ਯੇਸੂ ਦੇ ਵਿੱਚ। ਬਾਈਬਲ ਤੁਹਾਨੂੰ ਸੰਤ ਕਹਿੰਦੀ ਹੈ। ਪਰਮੇਸ਼ਰ ਸਾਨੂੰ ਇਸ ਲਈ ਉਹ ਨਹੀਂ ਸੱਦਦੇ ਕਿਉਂਕਿ ਅਸੀਂ ਸਭ ਸਹੀ ਕਰਦੇ ਹਾਂ, ਪਰ ਉਹਦੇ ਕਾਰਨ ਜੋ ਉਹਨਾਂ ਨੇ ਸਾਡੇ ਅੰਦਰ ਪਾਇਆ ਹੈ। ਤੁਸੀਂ ਇੱਕ ਸਰੀਰ ਤੋਂ ਵੱਧ ਹੋ ਜੋ ਸ਼ੀਸ਼ੇ 'ਚ ਦਿਸਦਾ ਹੈ। ਤੁਸੀਂ ਇੱਕ ਆਤਮਾ ਹੋ। ਤੁਹਾਡੇ ਅੰਦਰ ਕੁਝ ਹੈ, ਤੁਹਾਡਾ ਇੱਕ ਹਿੱਸਾ ਹੈ ਜਿਹਨੇ ਹਮੇਸ਼ਾ ਰਹਿਣਾ ਹੈ ਤੇ ਤੁਹਾਨੂੰ ਆਪਣੇ ਬਾਹਰਲੇ ਜੀਵਨ ਤੋਂ ਵੱਧ ਆਪਣੇ ਅੰਦਰਲੇ ਜੀਵਨ ਦੀ ਫਿਕਰ ਕਰਨੀ ਚਾਹੀਦੀ ਹੈ। ਤੁਸੀਂ ਕੰਮ ਕਰਨ ਜਾਂਦੇ ਕੀ ਪਾਉਂਦੇ ਹੋ, ਉਹਦੇ ਤੋਂ ਅਹਿਮ ਇਹ ਹੈ ਕਿ ਤੁਸੀਂ ਪਰਮੇਸ਼ਰ ਦੇ ਸਾਹਮਣੇ ਕੀ ਪਾਇਆ ਹੈ। ਇਸੇ ਕਰਕੇ ਬਾਈਬਲ 'ਚ ਲਿਖਿਆ ਸ਼ਾਂਤੀ ਨੂੰ ਪਾਲੋ, ਧਰਮ ਨੂੰ, ਪ੍ਰੇਮ ਨੂੰ ਪਾਲੋ, ਦਇਆ ਨੂੰ ਪਾਲੋ। ਅਸੀਂ ਇੱਕ ਆਤਮਕ ਪੁਸ਼ਾਕ ਪਾਉਂਦੇ ਹਾਂ। ਅਸੀਂ ਅੰਦਰੋਂ ਵੀ ਬਾਹਰ ਵਾਂਗ ਪੁਸ਼ਾਕ ਪਾਈ ਹੁੰਦੀ ਹੈ ਤੇ ਸਾਡਾ ਅੰਦਰਲਾ ਜੀਵਨ ਪਰਮੇਸ਼ਰ ਨਾਲ ਸਾਡੀ ਸ਼ੌਰ ਹੈ ਤੇ ਸਾਡਾ ਬਾਹਰਲਾ ਜੀਵਨ ਸਾਡੇ ਲੋਕਾਂ ਨਾਲ ਸ਼ੌਰ ਹੈ ਤੇ ਸਾਨੂੰ ਆਪਣੇ ਅੰਦਰਲੇ ਜੀਵਨ ਦੇ ਮੁਕਾਬਲੇ ਬਾਹਰਲੇ ਜੀਵਨ ਦੀ ਵੱਧ ਚਿੰਤਾ ਹੁੰਦੀ ਹੈ। ਕਿਉਂ? ਅਕਸਰ ਸਾਨੂੰ ਪਤਾ ਹੁੰਦਾ ਹੈ ਕੁਝ ਗਲਤ ਹੈ, ਪਰ ਆਪਣੇ ਸਰੀਰ ਨੂੰ ਦਬਾਅ ਤੋਂ ਮੁਕਤ ਕਰਨ ਲਈ ਅਸੀਂ ਕਮਜ਼ੋਰ ਪੈਂਦੇ ਹਾਂ ਅਤੇ ਉਹ ਕਰਦੇ ਹਾਂ ਜੋ ਸਰੀਰ ਚਾਹੁੰਦਾ ਹੈ। ਏਦਾਂ ਅਸੀਂ ਸਰੀਰ ਨੂੰ ਪ੍ਰਸੰਨ ਕਰਦੇ ਹਾਂ, ਦਬਾਅ ਨੂੰ ਦੂਰ ਕਰਦੇ ਹਾਂ, ਪਰ ਏਦਾਂ ਅਸੀਂ ਆਪਣੇ ਆਤਮਾ ਤੇ ਦਬਾਅ ਪਾ ਰਹੇ ਹੁੰਦੇ ਹਾਂ। ਸਾਨੂੰ ਫੈਸਲਾ ਕਰਨਾ ਹੈ ਕਿ ਅਸੀਂ ਆਪਣੇ ਕਿਸ ਹਿੱਸੇ ਨੂੰ ਪ੍ਰਸੰਨ ਰੱਖਣਾ ਹੈ, ਬਾਹਰਲੇ ਜਾਂ ਫਿਰ ਅੰਦਰਲੇ। ਕਿੰਨੇ ਜਾਣਦੇ ਨੇ ਸਾਨੂੰ ਬਹੁਤ ਬੁਰਾ ਮਹਿਸੂਸ ਹੁੰਦਾ ਜਦ ਸਾਨੂੰ ਪਤਾ ਹੁੰਦਾ ਕੁਝ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਗਲਤ ਹੈ, ਪਰ ਅਸੀਂ ਫੇਰ ਵੀ ਉਹ ਕਰਦੇ ਹਾਂ। ਸਾਨੂੰ ਏਦਾਂ ਲੱਗਦਾ ਸਾਨੂੰ ਪਾਪ ਕਰਦੇ ਕਸ਼ਟ ਨਹੀਂ ਹੁੰਦਾ, ਫਿਰ ਸਾਨੂੰ ਸਹੀ ਕਰਦੇ ਕਿਉਂ ਕਸ਼ਟ ਹੁੰਦਾ? ਭਾਈ ਜੇ ਸਾਨੂੰ ਪਰਮੇਸ਼ਰ ਨਾਲ ਧਰਮੀ ਬਣਾਇਆ ਗਿਆ, ਅਸੀਂ ਕਿਉਂ ਨਹੀਂ ਉਹਨੂੰ ਆਪਣੇ ਅੰਦਰੋਂ ਬਾਹਰ ਲਿਆਂਦੇ ਜਿੱਥੇ ਉਹਨੂੰ ਹੋਣਾ ਚਾਹੀਦਾ ਹੈ? ਯਕੀਨ ਇਹਦਾ ਵੱਡਾ ਕਾਰਨ ਹੈ ਗਿਆਨ ਦੀ ਕਮੀ। ਇਸ ਗਿਆਨ ਦੀ ਕਮੀ ਨਹੀਂ ਕਿ ਕੀ ਸਹੀ ਹੈ, ਪਰ ਇਸ ਬਾਰੇ ਅਗਿਆਨਤਾ ਕਿ ਕਿਵੇਂ ਉਹ ਕਰਨਾ ਚਾਹੀਦਾ ਹੈ ਜੋ ਸਹੀ ਹੈ। ਯਕੀਨਨ ਉਹਦੇ ਲਈ ਭਾਵਨਾਵਾਂ ਜ਼ਿੰਮੇਦਾਰ ਹਨ। ਅਸੀਂ ਤਦ ਤੱਕ ਉਡੀਕਦੇ ਹਾਂ ਜਦ ਤੱਕ ਸਹੀ ਕਰਨ ਦੀ ਇੱਛਾ ਨਾ ਹੋ ਜਾਵੇ। ਅਸੀਂ ਤਦ ਤੱਕ ਉਡੀਕਦੇ ਹਾਂ ਜਦ ਤੱਕ ਪ੍ਰੇਮ ਅਤੇ ਦਇਆ ਕਰਨ ਦੀ ਇੱਛਾ ਨਾ ਹੋ ਜਾਵੇ, ਦੇਣ ਦੀ ਇੱਛਾ। ਜੇ $10 ਦੇਣ ਦੀ ਆਦਤ ਹੈ, ਪਰਮੇਸ਼ਰ ਤੁਹਾਨੂੰ ਕਹਿ ਰਹੇ ਹੁਣ ਤੂੰ $100 ਦੇਣਾ ਸ਼ੁਰੂ ਕਰ। ਇੱਛਾ ਹੋਣ ਦੀ ਉਡੀਕ ਨਾ ਕਰੋ ਕਿਉਂਕਿ ਸਰੀਰ ਪੈਸੇ ਦੇਣ ਦਾ ਵਿਰੋਧ ਕਰੇਗਾ। ਮਜ਼ੇ ਦੀ ਗੱਲ ਹੈ ਤੁਸੀਂ $10 ਜਾਂ $5 ਜਾਂ ਜਿੰਨਾ ਵੀ ਚਾਹੋ ਦੇ ਕੇ ਸ਼ੁਰੂਆਤ ਕਰ ਸਕਦੇ ਹੋ। ਅਸੀਂ ਅਕਸਰ $1 ਤੋਂ ਸ਼ੁਰੂਆਤ ਕਰਦੇ ਹਾਂ, ਇਸ ਲਈ ਸ਼ਾਇਦ ਤੁਸੀਂ ਪਹਿਲਾਂ ਭਟਾਵਾਂ ਵੇਲੇ $1 ਦੇ ਕੇ ਸ਼ੁਰੂਆਤ ਕੀਤੀ ਅਤੇ ਮੈਂ ਤੁਹਾਡਾ ਮਖੌਲ ਨਹੀਂ ਕਰ ਰਹੀ। ਜੇ ਤੁਸੀਂ ਓਨਾ ਹੀ ਦੇ ਸਕਦੇ ਸੀ ਤਾਂ ਕੋਈ ਗੱਲ ਨਹੀਂ, ਪਰ ਅਸੀਂ ਸਾਰੇ ਸ਼ੁਰੂਆਤ ਕਰਦੇ ਹਾਂ ਘੱਟੋ ਘੱਟ ਦੇ ਕੇ, ਫਿਰ ਹੌਲੀ ਹੌਲੀ ਉਹਨੂੰ ਵਧਾ ਕੇ $2 ਜਾਂ $3 ਦਿੰਦੇ ਹਾਂ। ਅਸੀਂ ਨੋਟਾਂ ਨੂੰ ਚੰਗੀ ਤਰ੍ਹਾਂ ਮੋੜਦੇ ਹਾਂ। ਸਾਨੂੰ ਚੰਗਾ ਲੱਗਦਾ ਉਹਨਾਂ ਨੂੰ ਮੋੜ ਕੇ ਅੰਦਰ ਪਾਣਾ ਤਾਂ ਜੋ ਕੋਈ ਉਹਨਾਂ ਨੂੰ ਵੇਖ ਨਾ ਸਕੇ। ਅਸੀਂ ਕਦੇ ਭਟਾਵਾਂ ਵਿੱਚ 100 ਦੇ ਨੋਟ ਏਦਾਂ ਮੁੜੇ ਨਹੀਂ ਵੇਖੇ, ਉਹਨਾਂ ਨੂੰ ਸਾਰੇ ਖੋਲ ਕੇ ਰੱਖਦੇ ਨੇ। ਇਹਦੇ ਤੋਂ ਸਾਨੂੰ ਮਨੁੱਖਾਂ ਦੇ ਸੁਭਾਅ ਬਾਰੇ ਪਤਾ ਚੱਲਦਾ ਹੈ ਨਾ। ਇਸ ਲਈ ਅਸੀਂ 1 ਤੋਂ
ਸ਼ੁਰੂਆਤ ਕਰਕੇ ਪਹਿਲੇ 5 ਫਿਰ 10 ਤੱਕ ਪੁੱਜਦੇ ਹਾਂ। $10 ਦੇਣਾ ਔਖਾ ਲੱਗਦਾ ਪਰ ਛੇਤੀ ਸਾਨੂੰ ਪਰੇਸ਼ਾਨ ਨਹੀਂ ਕਰਦਾ, ਇਸ ਲਈ ਅਸੀਂ 1 ਸਾਲ ਤੱਕ $10 ਦਿੰਦੇ ਹਾਂ। ਅਚਾਨਕ ਪਰਮੇਸ਼ਵਰ ਕਹਿੰਦੇ ਹਨ ਹੁਣ $25 ਦੇਣਾ ਸ਼ੁਰੂ ਕਰ। ਸਾਡਾ ਦਿਲ ਡੋਲ ਜਾਂਦਾ ਹੈ। ਫਿਰ ਅਸੀਂ ਉਹਦੇ ਵੱਲੋਂ ਮਰਦੇ ਹਾਂ, $25 ਦੇਣ ਦੀ ਆਦਤ ਪਾਉਂਦੇ ਹਾਂ। ਛੇਤੀ ਸਾਨੂੰ ਦਰਦ ਨਹੀਂ ਹੁੰਦਾ, ਅਸੀਂ ਕਹਿੰਦੇ ਹਾਂ ਉਹ ਬਹੁਤ ਘੱਟ ਰਕਮ ਹੈ, ਸਾਨੂੰ ਕੁਝ ਮਹਿਸੂਸ ਨਹੀਂ ਹੁੰਦਾ ਕਿਉਂਕਿ ਅਸੀਂ ਉਹਦੇ ਵੱਲੋਂ ਮੋਏ ਆ ਤੇ ਉਹ ਪਰਮੇਸ਼ਰ ਨੂੰ ਸਮਰਪਿਤ ਹੈ। ਉਹਦੇ ਤੋਂ ਮੋਏ ਹੋਣ ਦਾ ਇਹ ਅਰਥ ਨਹੀਂ ਕਿ ਅਸੀਂ ਉਹਦੇ ਡਿੱਗ ਕੇ ਮਰ ਗਏ, ਮਤਲਬ ਅਸੀਂ ਉਹਨੂੰ ਏਦਾਂ ਤਿਆਗਦੇ ਹਾਂ। ਹਾਂਜੀ ਮੈਂ ਹੁਣ ਸਮਝਦਾ, ਉਹਨੂੰ ਕਿਸੇ ਕੰਮ ਲਈ ਵੱਖ ਰੱਖਣਾ ਹੈ, ਏਦਾਂ ਲਗਾਤਾਰ ਹੁੰਦਾ। ਹਰ ਵਾਰੀ ਆਪਣੇ ਦੇਣ 'ਚ ਵਾਅਦਾ ਕਰਨ ਤੇ ਸਾਨੂੰ ਨਵੀਂ ਆਦਤ ਪਾਣੀ ਪੈਂਦੀ ਹੈ। ਇਹ ਹੁੰਦੀ ਆਦਤ ਪਾਣੀ ਉਹ ਕਰਨ ਦੀ। ਹਰ ਇੱਕ ਵਾਰੀ ਸ਼ੁਰੂਆਤ 'ਚ ਇਹਦੇ 'ਚ ਕਸ਼ਟ ਹੈ ਅਤੇ ਅਸੀਂ ਆਪਣੇ ਹਰ ਕੰਮ ਵਿੱਚ ਏਦਾਂ ਮਹਿਸੂਸ ਕਰਦੇ ਹਾਂ। ਜੇ ਸਾਡੀ ਆਦਤ ਹੋਵੇ ਰਾਤੀ ਰੋਟੀ ਦੀ ਮੇਜ਼ ਤੋਂ ਉੱਠ ਕੇ ਅਗਲੀ ਸਵੇਰ ਨੂੰ ਭਾਂਡੇ ਮਾਂਜਣ ਦੀ ਅਤੇ ਅਗਲੀ ਸਵੇਰ ਜਾਗਣ ਦੇ ਝੂਠੇ ਭਾਂਡਿਆਂ ਦਾ ਢੇਰ ਵੇਖ ਕੇ ਸਾਨੂੰ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਹੈ। ਹੁਣ ਸਾਰੇ ਭਾਂਡਿਆਂ ਦੀ ਚੀਜ਼ਾਂ ਸੁੱਕ ਗਈਆਂ ਹੁੰਦੀਆਂ ਨੇ, ਬੱਚੇ ਨਾਸ਼ਤੇ ਲਈ ਉਡੀਕ ਰਹੇ ਨੇ, ਚੀਕ ਰਹੇ ਨੇ। ਨਾਸ਼ਤਾ ਦੇਣ ਤੋਂ ਪਹਿਲਾਂ ਤੁਹਾਨੂੰ ਮੇਜ਼ ਸਾਫ਼ ਕਰਨੀ ਹੈ। ਕਾਸ਼ ਮੇਰੀ ਇੱਕ ਹਾਊਸਕੀਪਰ ਹੁੰਦੀ। ਇੱਕ ਗੱਲ ਦੱਸਾਂ, ਪਹਿਲੀ ਕੁਝ ਵਾਰੀ ਜਦ ਤੁਸੀਂ ਰੋਟੀ ਖਾ ਕੇ ਉਸੇ ਵੇਲੇ ਭਾਂਡੇ ਮਾਂਜੋਗੇ ਤੁਹਾਡਾ ਸਰੀਰ ਬਹੁਤ ਵਿਰੋਧ ਕਰੇਗਾ। ਉਹ ਕਹੇਗਾ ਸੋਫਾ ਸੋਫਾ ਸੋਫਾ, ਮੈਨੂੰ ਸੋਫਾ ਚਾਹੀਦਾ, ਉਹਦੇ ਤੇ ਲੇਟਣਾ ਹੈ। ਮੈਂ ਇਸ ਵੇਲੇ ਬਿਲਕੁਲ ਵੀ ਖੜੀ ਨਹੀਂ ਰਹਿ ਸਕਦੀ, ਮੈਂ ਮਰ ਜਾਵਾਂਗੀ ਜੀ ਲੇਟਾ ਨਾ। ਸ਼ਾਇਦ ਮੈਂ ਲੇਟਾ ਨਾ ਤਾਂ ਬੇਹੋਸ਼ ਹੋ ਜਾਵਾਂਗੀ। ਸਾਰੇ ਮੇਰੀ ਗੱਲ ਸਮਝ ਰਹੇ ਹੋ ਨਾ? ਨਵੀਆਂ ਆਦਤਾਂ ਪਾਉਣ ਲਈ ਤੁਹਾਨੂੰ ਅਜਿਹਾ ਕੁਝ ਕਰਨਾ ਪੈਂਦਾ ਹੈ ਜੋ ਚੰਗਾ ਨਹੀਂ ਮਹਿਸੂਸ ਹੁੰਦਾ, ਪਰ ਕੁਝ ਚਿਰ ਬਾਅਦ ਪੀੜ ਨਹੀਂ ਹੁੰਦੀ ਅਤੇ ਤੁਸੀਂ ਫਿਰ ਆਪੋ ਆਪ ਉਹ ਕਰਦੇ ਹੋ ਤੇ ਤੁਹਾਨੂੰ ਉਹਦੇ ਬਾਰੇ ਹੋਰ ਸੋਚਣਾ ਵੀ ਨਹੀਂ ਪੈਂਦਾ। ਬਿਲਕੁਲ। ਮੈਂ ਚਾਹੁੰਦੀ ਹਾਂ ਤੁਸੀਂ ਜਾਣ ਲਓ ਕਿ ਮੈਂ ਸਮਝਦੀ ਹਾਂ ਕਿ ਨਵੀਆਂ ਆਦਤਾਂ ਪਾਉਣਾ ਸੌਖਾ ਨਹੀਂ, ਪਰ ਮੈਂ ਤੁਹਾਨੂੰ ਪ੍ਰੇਰਨਾ ਚਾਹੁੰਦੀ ਹਾਂ ਕਿ ਤੁਸੀਂ ਤਿਆਗੋ ਨਾ ਹਿੰਮਤ ਹਾਰੋ। ਜੇ ਤੁਸੀਂ ਦ੍ਰਿੜਤਾ ਨਾਲ ਡਟੇ ਰਹੋਗੇ ਅਤੇ ਜੇ ਤੁਸੀਂ ਕਹੋਗੇ ਕਿ ਮੈਂ ਹਿੰਮਤ ਨਹੀਂ ਹਾਰਾਂਗਾ, ਨਾ ਤਿਆਗ ਕਰਾਂਗਾ, ਤੁਸੀਂ ਆਪਣੇ ਜੀਵਨ ਵਿੱਚ ਜੇਤੂ ਹੋਵੋਗੇ। ਪਰਮੇਸ਼ਰ ਤੁਹਾਡੇ ਵੱਲ ਹਨ। ਜੇ ਤੁਸੀਂ ਆਪਣਾ ਹਿੱਸਾ ਕਰੋਗੇ ਉਹ ਹਮੇਸ਼ਾ ਆਪਣਾ ਹਿੱਸਾ ਕਰਨਗੇ। ਅੱਜ ਅਸੀਂ ਉਹ ਪੇਸ਼ ਕਰ ਰਹੇ ਹਾਂ ਜੋ ਮੇਰੇ ਖਿਆਲ ਨਾਲ ਸਿੱਖਿਆ ਦੀ ਇੱਕ ਅਦਭੁਤ ਲੜੀ ਹੈ। ਤੁਹਾਨੂੰ ਉਹ ਮੌਕਾ ਫਿਰ ਨਹੀਂ ਮਿਲੇਗਾ। ਵੇਖਦੇ ਰਹੋ, ਇਹ ਸਾਰੀ ਜਾਣਕਾਰੀ ਪ੍ਰਾਪਤ ਕਰੋ। ਸਮਾਪਤੀ ਦੇ ਵਚਨ ਨਾਲ ਵਾਪਸ ਆ ਕੇ ਆਉਣ ਵਾਲੀ ਹਾਂ ਇੱਕ ਖਾਸ ਸਭਾ ਬਾਰੇ ਦੱਸਾਂਗੀ ਜਿਹਦੇ ਬਾਰੇ ਤੁਸੀਂ ਜ਼ਰੂਰ ਜਾਣਨਾ ਚਾਹੋਗੇ।